ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਧ ਸੰਗਤ ਜੀ, ਅਸੀਂ ਜਦੋਂ 10ਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਪੜ੍ਹਦੇ ਹਾਂ ਤੇ ਉਹਨਾਂ ਦੀ ਅਕਾਲ ਉਸਤਤ ਬਾਣੀ ਹੈ, ਉਹਨਾਂ ਦੀ ਰਚਨਾ ਹੈ ਵੀ ਜਿਹਦੇ ਵਿੱਚ 71 ਤੋਂ ਲੈ ਕੇ 90 ਤੱਕ ਸਵਈਏ ਨੇ। ਇਹਨਾਂ 20 ਸਵਈਆਂ ਦੇ ਵਿੱਚ ਇੱਕ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਹੋਰ ਅਨੇਕਾਂ ਤਰ੍ਹਾਂ ਦੇ ਮਤ ਮਤਾਂਤਰ ਹੈਗੇ ਨੇ, ਉਹਨਾਂ ਵੱਲੋਂ ਜਿਹੜੇ ਕਿਤਨੇ ਹੀ ਫੋਕਟ ਜਿਹੜੇ ਹੈਗੇ ਨੇ ਸਾਧਨ ਜਿਹੜੇ ਪ੍ਰਚਲਿਤ ਕੀਤੇ ਗਏ ਨੇ, ਉਹਨਾਂ ਦੇ ਵਿੱਚ ਜਿਹੜੇ ਦੱਸੇ ਹੋਏ ਫੋਕਟ ਸਾਧਨਾਂ ਦਾ ਸਿਧਾਂਤਾਂ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਬੜਾ ਮੰਨ ਲਓ ਵੀ ਜ਼ੋਰਦਾਰ ਤਰੀਕੇ ਦੇ ਨਾਲ ਉਹਨਾਂ ਦਾ ਖੰਡਨ ਕੀਤਾ ਹੈ ਕਿ ਉਹ ਕਿਉਂਕਿ ਉਹਨਾਂ ਸਾਧਨਾਂ ਦਾ ਪ੍ਰਭੂ ਪਰਮਾਤਮਾ ਦੀ ਭਗਤੀ ਦੇ ਨਾਲ ਕੋਈ ਜਿਹੜਾ ਹੈਗਾ ਵਾ ਸੰਬੰਧ ਹੈ ਨਹੀਂ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੀ ਉਹ ਖੇ ਖੱਬੜੀ ਇੱਕ ਵਾਰੀ ਉਡਾਈ ਹੈ, ਇੱਕ ਵਾਰੀ ਇਹਨਾਂ ਜ਼ੋਰਦਾਰ ਢੰਗ ਤਰੀਕੇ ਦੇ ਨਾਲ, ਇਹੋ ਜਿਹੇ ਢੰਗ ਤਰੀਕੇ ਦੇ ਨਾਲ ਇਹ ਜਿਹੜੇ ਫੋਕਟ ਸਿਧਾਂਤ, ਫੋਕਟ ਕਰਮ, ਜਿਹੜੇ ਫੋਕਟ ਸਾਧਨ ਹੈਗੇ ਨੇ, ਜਿਨ੍ਹਾਂ ਦਾ ਸੱਚੇ ਧਰਮ ਨਾਲ, ਰੱਬ ਦੀ ਪ੍ਰਾਪਤੀ ਨਾਲ ਕੋਈ ਸਾਧਨ ਨਹੀਂ ਹੈਗਾ, ਕੋਈ ਸੰਬੰਧ ਨਹੀਂ ਹੈਗਾ। ਤੇ ਇਸ ਕਰਕੇ ਸਤਿਗੁਰੂ ਜੀ ਨੇ ਜ਼ੋਰਦਾਰ ਢੰਗ ਤਰੀਕੇ ਨਾਲ ਖੰਡਨ ਕੀਤਾ ਹੈ ਕਿ ਲੋਕਾਂ ਦਾ ਇਹਨਾਂ ਝੂਠੇ ਸਿਧਾਂਤਾਂ ਤੋਂ, ਫੋਕਟ ਕਰਮਾਂ ਤੋਂ ਵਿਸ਼ਵਾਸ ਸਦਾ ਸਦਾ ਲਈ ਉੱਠ ਜਾਵੇ। ਤੇ ਮੈਂ ਆਪ ਜੀ ਦੇ ਨਾਲ ਜਿਹੜਾ 71 ਨੰਬਰ ਸਵਈਆ ਹੈਗਾ ਏ, ਇੱਕ ਸਵਈਏ ਦੀ ਆਪ ਜੀ ਨੂੰ ਮੈਂ ਵਿਆਖਿਆ ਸੁਣਾਉਣੀ ਹੈ। ਬਾਕੀ ਸਵਈਏ ਜਦੋਂ ਤੁਸੀਂ ਆਪ ਸਾਰੇ ਸਵਈਏ ਪੜ੍ਹੋਗੇ ਨਾ, ਵੀ ਤੁਸੀਂ ਆਪ ਦੇਖਿਓ ਕਿ ਕਿਤਨੇ ਹੀ ਫੋਕਟ ਜਿਹੜੇ ਕਰਮ ਨੇ, ਜਿਹੜੇ ਮਨੁੱਖ ਨੂੰ ਬੜਾ ਜ਼ੋਰ ਦਿੱਤਾ ਗਿਆ ਸੀ ਵੀ ਤੂੰ ਇਹ ਕਰਨੇ ਆ, ਤੇ ਉਹਨਾਂ ਦਾ ਕਿਵੇਂ ਸਤਿਗੁਰੂ ਜੀ ਨੇ ਖੰਡਨ ਕੀਤਾ ਹੈ। ਇਹ ਸਤਿਗੁਰੂ ਜੀ ਇਹ ਜਿਹੜਾ ਸਵਈਆ ਹੈਗਾ 71 ਨੰਬਰ ਸਵਈਆ ਅਕਾਲ ਉਸਤਤ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਫੂਕ ਮਲ ਧਾਰੀ ਗੱਜ ਗਦਹਾ ਬੇਭੂਤ ਧਾਰੀ, ਗਿੱਦੂਆ ਮਸਾਨ ਬਸ ਕਰਿਓ ਹੀ ਕਰਤ ਹੈ, ਘੁੱਗੂ ਮੱਟ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ, ਤਰਵਰ ਸਦੀਵ ਮੋਣ ਸਾਦੇ ਹੀ ਮਰਤ ਹੈ, ਬਿੰਦ ਕੇ ਸਦਈਆ ਤਾਹੇ ਹੀਚ ਕੇ ਬਡਈਆ ਦੇਤ, ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ, ਅੰਗਣ ਅਧੀਨ ਕਾਮ ਕ੍ਰੋਧ ਮੈਂ ਪਰਬੀਨ, ਏਕ ਨਾਮ ਸੇ ਵਿਹੀਨ ਸ਼ੀਨ ਕੈਸੇ ਕੇ ਤਰਤ ਹੈ। ਹੁਣ ਇਹ ਆਪ ਜੀ ਨੇ ਸਾਰਾ ਸਵਈਆ ਸਰਵਣ ਕੀਤਾ ਹੈ। ਇਹਦੇ ਵਿੱਚ ਦੇਖੋ ਕਿ ਸਤਿਗੁਰੂ ਜੀ ਨੇ ਜਿਹੜੇ ਇਹ ਫੋਕਟ ਕਰਮਾਂ ਦਾ ਕਿਵੇਂ ਖੰਡਨ ਕੀਤਾ ਹੈ। ਸਤਿਗੁਰੂ ਜੀ ਹੁੰਦੇ ਜਿਵੇਂ ਫੂਕ ਮਲਹਾਰੀ, ਫੂਕ ਤੋਂ ਭਾਵ ਹੁੰਦਾ ਸੂਰ, ਮਲਹਾਰੀ ਤੋਂ ਭਾਵ ਗੰਦਗੀ ਖਾਣ ਵਾਲਾ। ਇਹ ਕਈ ਐਸੇ ਵੀ ਪ੍ਰਚਲਿਤ ਕੋਈ ਐਸੇ ਕੋਈ ਧਰਮ ਹੈਗੇ ਨੇ, ਮਤ ਮਤਾਂਤਰ ਕਈ ਇਹੋ ਜਿਹੇ ਹੈਗੇ ਨੇ ਵੀ ਜਿਨ੍ਹਾਂ ਦੇ ਵਿੱਚ ਗੰਦਗੀ ਖਾਣ ਨੂੰ, ਵਿਸ਼ਟਾ ਖਾਣ ਨੂੰ ਹੀ ਪ੍ਰਭੂ ਪ੍ਰਾਪਤੀ ਦਾ ਸਾਧਨ ਸਮਝਿਆ ਜਾਂਦਾ ਹੈ, ਰੱਬ ਨੂੰ ਮਿਲਣ ਦਾ ਸਾਧਨ ਸਮਝਿਆ ਜਾਂਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਵੀ ਜਿਹੜਾ ਗੰਦਗੀ ਖਾਂਦਾ ਹੈ, ਗੰਦਗੀ ਖਾ ਕੇ ਕਵੇ ਕਿ ਇਸ ਤਰ੍ਹਾਂ ਮੈਂ ਪਰਮਾਤਮਾ ਨੂੰ ਮਿਲ ਲੂੰਗਾ, ਰੱਬ ਨੂੰ ਪਾ ਲੂੰਗਾ, ਇਹੋ ਜਿਹਾ ਜਿਹੜਾ ਮੂਰਖ ਮਨੁੱਖ ਹੈ, ਅਕਲ ਤੋਂ ਹੀਣਾ ਹੈ, ਉਸ ਮਨੁੱਖ ਨੂੰ ਸੂਰ ਨਾਲ ਉਪਮਾ, ਸੂਰ ਦੇ ਬਰਾਬਰ ਕਿਹਾ ਜਾ ਸਕਦਾ ਹੈ, ਸੂਰ ਨਾਲ ਤੁਲਨਾ ਕੀਤੀ ਜਾ ਸਕਦੀ ਹੈ ਉਹਦੀ, ਕਿਉਂਕਿ ਜਿਹੜਾ ਸੂਰ ਆ ਉਹ ਵੀ ਗੰਦਗੀ ਖਾਂਦਾ, ਵਿਸ਼ਟਾ ਖਾਂਦਾ ਹੈ। ਫਿਰ ਇਹੋ ਜਿਹੇ ਸਾਧਕ ਨੂੰ ਸੂਰ ਕਿਹਾ ਜਾ ਸਕਦਾ ਹੈ, ਇਹਦਾ ਰੱਬ ਦੀ ਪ੍ਰਾਪਤੀ ਨਾਲ ਕੋਈ ਸੰਬੰਧ ਨਹੀਂ। ਫੂਕ ਮਲਹਾਰੀ ਗੱਜ ਗਦਹਾ ਵਿਭੂਤ ਧਾਰੀ, ਜਿਹੜੇ ਸਾਧਕ ਆਪਣੇ ਸਰੀਰ 'ਤੇ ਮਿੱਟੀ ਜਾਂ ਸਵਾਹ ਲਾ ਲੈਂਦੇ ਨੇ, ਜਿਵੇਂ ਸੰਨਿਆਸੀਆਂ ਦੇ ਵਿੱਚ ਇਹ ਪ੍ਰਚਲਿਤ ਆ ਬਈ ਆਪਣੇ ਸਰੀਰ 'ਤੇ ਸਵਾਹ ਮਲ ਲਈ, ਮਿੱਟੀ ਮਲ ਲਈ, ਅਤੇ ਇਸ ਨੂੰ ਇੱਕ ਪ੍ਰਭੂ ਪ੍ਰਾਪਤੀ ਦਾ ਸਾਧਨ ਸਮਝਦੇ ਹਨ। ਸਤਿਗੁਰੂ ਜੀ ਕਹਿੰਦੇ ਹਨ ਕਿ ਇਹੋ ਜਿਹੇ ਜਿਹੜੇ ਨਿਰਬੁੱਧ ਸਾਧਕ ਹੈਗੇ ਨੇ, ਜਿਨ੍ਹਾਂ ਨੂੰ ਕੋਈ ਅਕਲਮਤ ਹੀ ਹੈ ਨਹੀਂ, ਇਹੋ ਜਿਹਿਆਂ ਨੂੰ ਖੋਤੇ ਨਾਲ ਅਤੇ ਜਾਂ ਜਿਹੜਾ ਹਾਥੀ ਆ, ਇਹਨਾਂ ਨਾਲ ਤੁਲਨਾ ਇਹਨਾਂ ਦੀ ਕੀਤੀ ਜਾ ਸਕਦੀ ਹੈ। ਕਿਉਂਕਿ ਜਿਹੜਾ ਹਾਥੀ ਹੈ ਜਾਂ ਗਧਾ ਹੈ, ਇਹ ਵੀ ਮਿੱਟੀ ਘੱਟੇ ਦੇ ਵਿੱਚ ਲੇਟਦੇ ਨੇ, ਮਿੱਟੀ ਘੱਟੇ ਵਿੱਚ ਲੇਟਣਾ ਹੀ ਇਹਨਾਂ ਦਾ ਨਿੱਤ ਦਾ ਕਰਮ ਹੁੰਦਾ ਹੈ, ਸਵਾਹ ਆਪਣੇ ਸਿਰ ਦੇ ਵਿੱਚ ਪਾਉਣੀ। ਸੋ ਇਹਨਾਂ ਇਹੋ ਜਿਹੇ ਸਾਧਕਾਂ ਨੂੰ ਵੀ ਜਿਹੜਾ ਹੈ ਬਈ ਉਹ ਖੋਤਾ ਜਾਂ ਗਧਾ ਹੀ ਕਿਹਾ ਜਾ ਸਕਦਾ ਹੈ, ਉਹ ਹਾਥੀ ਗਧੇ ਬਰਾਬਰ ਨੇ। ਹੁਣ ਸਤਿਗੁਰੂ ਜੀ
ਅੱਗੇ ਫਰਮਾਉਂਦੇ ਹਨ, ਖੂਕ ਮਲ ਹਾਰੀ ਗੱਜ ਗਦਹਾ ਬਿਭੂਤ ਧਾਰੀ, ਗਿੱਦੂਆ ਮਸਾਨ ਬਾਸ ਕਰੇ ਉਹੀ ਕਰਤ ਹੈ। ਗਿੱਦੂਆ ਮੀਨਜ਼ ਗਿੱਦੜ। ਕਿਸੇ ਡਰਪੋਕ ਬੰਦੇ ਨੂੰ ਗਿੱਦੜ ਆਪਾਂ ਕਹਿ ਦਿੰਦੇ ਹਾਂ ਵੀ ਇਹ ਤੇ ਗਿੱਦੜ ਹੈ, ਇਹਦੇ ਵਿੱਚ ਕੋਈ ਦਲੇਰੀ ਨਹੀਂ, ਹਿੰਮਤ ਨਹੀਂ। ਅਤੇ ਜਿਹੜੇ ਸਾਧਕ ਮੜੀਆਂ ਵਿੱਚ, ਸ਼ਮਸ਼ਾਨ ਘਾਟਾਂ ਦੇ ਵਿੱਚ ਆਪਣਾ ਨਿੱਤ ਨਿਵਾਸ ਰੱਖਦੇ ਹਨ ਅਤੇ ਇਸ ਨੂੰ ਪ੍ਰਭੂ ਪਰਮਾਤਮਾ ਨਾਲ ਮਿਲਣ ਦਾ ਇੱਕ ਸਾਧਨ ਸਮਝਦੇ ਹਨ ਕਿ ਇਸ ਤਰ੍ਹਾਂ ਖੁਰੇ ਸਾਨੂੰ ਰੱਬ ਮਿਲ ਜਾਵੇਗਾ, ਸਤਿਗੁਰੂ ਜੀ ਕਹਿੰਦੇ ਹਨ ਇਹਨਾਂ ਨੂੰ ਗਿੱਦੜ ਦੇ ਬਰਾਬਰ ਕਿਹਾ ਜਾ ਸਕਦਾ ਹੈ। ਇਹ ਤਾਂ ਗਿੱਦੜ ਨੇ, ਕਿਉਂਕਿ ਗਿੱਦੜ ਜਿਹੜਾ ਹੈ ਉਹਦਾ ਜਿਹੜਾ ਵੀ ਮਨ ਭਾਉਂਦਾ ਜਿਹੜਾ ਅਸਥਾਨ ਹੈਗਾ ਏ ਉਹ ਮੜੀਆਂ ਨੇ। ਉਹ ਵੀ ਮੜੀਆਂ ਦੇ ਵਿੱਚ ਰਹਿਣਾ ਹੀ ਪਸੰਦ ਕਰਦਾ ਏ, ਚੰਗਾ ਲੱਗਦਾ, ਉੱਥੇ ਹੀ ਰਹਿੰਦਾ ਏ। ਸੋ ਇਹਨਾਂ ਨੂੰ ਤਾਂ ਗਿੱਦੜ ਹੀ ਕਹਿਣਾ ਚਾਹੀਦਾ, ਇਹ ਤਾਂ ਗਿੱਦੜਾਂ ਦੇ ਬਰਾਬਰ ਨੇ। ਸੋ ਇਸ ਦਾ ਵੀ ਸਤਿਗੁਰੂ ਜੀ ਨੇ ਖੰਡਨ ਕੀਤਾ ਹੈ। ਘੁੱਗੂ ਮੱਠ ਬਾਸੀ, ਜਿਹੜੇ ਮੱਠਾਂ ਦੇ ਵਿੱਚ ਰਹਿੰਦੇ ਹਨ, ਮੱਠਾਂ ਦੇ ਵਿੱਚ ਰਹਿੰਦੇ ਨੇ ਜਿਹੜੇ ਸਾਧਕ, ਕਿ ਖੁਰ ਇਸ ਤਰ੍ਹਾਂ ਰੱਬ ਮਿਲ ਜਾਏਗਾ। ਫਿਰ ਸਤਿਗੁਰੂ ਜੀ ਕਹਿੰਦੇ ਹਨ ਕਿ ਮੱਠਾਂ ਦੇ ਵਿੱਚ ਤੇ ਉੱਲੂ ਰਹਿੰਦੇ ਨੇ। ਘੁੱਗੂ ਮੱਠ ਬਾਸੀ, ਘੁੱਗੂ ਤੋਂ ਭਾਵ ਹੈ ਕਿ ਉੱਲੂ। ਇਹਨਾਂ ਨੂੰ ਤੇ ਉੱਲੂਆਂ ਦੇ ਬਰਾਬਰ ਹੀ ਕਿਹਾ ਜਾ ਸਕਦਾ ਹੈ। ਇਹ ਤੇ ਉੱਲੂ ਹਨ, ਉੱਲੂ ਜਾਨਵਰ ਦੀ ਤਰ੍ਹਾਂ ਇਹ ਹਨ ਵੀ ਜਿਹੜੇ ਇੱਕ ਮੱਠਾਂ ਦੇ ਵਿੱਚ ਰਹਿ ਕੇ ਕਹਿਣ ਕਿ ਸਾਨੂੰ ਅਸੀਂ ਰੱਬ ਨੂੰ ਪਾ ਸਕਦੇ ਹਾਂ। ਘੁੱਗੂ ਮੱਠ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ। ਹੁਣ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਘਰ ਬਾਹਰ ਤਿਆਗ ਕੇ, ਜਿਵੇਂ ਸੰਨਿਆਸੀ ਆਦਿਕ ਹੋ ਗਏ, ਸੰਨਿਆਸੀ ਹੋ ਗਏ, ਜਾਂ ਕੋਈ ਐਸੇ ਸਾਧ ਨੇ ਜਾਂ ਇਹੋ ਜਿਹਾ ਵਿਸ਼ਵਾਸ ਰੱਖਣ ਵਾਲੇ ਕਿ ਅਸੀਂ ਆਪਣਾ ਘਰ ਬਾਹਰ ਛੱਡ ਕੇ ਜੇ ਅਸੀਂ ਬਾਹਰ ਚਲੇ ਜਾਵਾਂਗੇ, ਜੰਗਲਾਂ ਦੇ ਵਿੱਚ ਜਾ ਕੇ ਭਗਤੀ ਕਰਾਂਗੇ ਅਤੇ ਉੱਥੇ ਅਸੀਂ ਪ੍ਰਭੂ ਪਰਮਾਤਮਾ ਨੂੰ ਪਾ ਲਵਾਂਗੇ। ਅਤੇ ਫਿਰ ਸਤਿਗੁਰੂ ਜੀ ਕਹਿੰਦੇ ਹਨ ਕਿ ਐਸੇ ਜਿਹੜੇ ਵਿਸ਼ਵਾਸ ਦੇ ਧਾਰਨੀ ਹਨ ਜਾਂ ਐਸੇ ਜਿਹੜੇ ਸਾਧਕ ਹਨ, ਉਹਨਾਂ ਨੂੰ ਤੇ ਸਤਿਗੁਰੂ ਜੀ ਕਹਿੰਦੇ ਹਨ ਵੀ ਹਿਰਨ ਜਿਹੜਾ ਜਾਨਵਰ ਹੁੰਦਾ, ਡਰਪੋਕ ਹੁੰਦਾ ਏ, ਉਹਦੇ ਨਾਲ ਹੀ ਉਹਨਾਂ ਦੀ ਤੁਲਨਾ ਕੀਤੀ ਜਾ ਸਕਦੀ ਹੈ। ਹਿਰਨ ਵੀ ਉੱਥੇ ਜੰਗਲਾਂ ਦੇ ਵਿੱਚ ਭਟਕਦਾ ਰਹਿੰਦਾ ਹੈ, ਉੱਥੇ ਜੰਗਲਾਂ ਦੇ ਵਿੱਚ ਹੀ ਟੱਕਰਾਂ ਮਾਰਦਾ ਰਹਿੰਦਾ ਹੈ, ਝਾੜਾਂ ਦੇ ਵਿੱਚ ਆਪਣੇ ਸਿੰਗ ਫਸਾਈ ਫਿਰਦਾ ਹੈ, ਇੱਧਰ ਉੱਧਰ ਤੁਰਿਆ ਫਿਰਦਾ ਹੈ। ਅਤੇ ਉਹਨਾਂ ਨੂੰ ਤਾਂ ਹਿਰਨ ਦੇ ਬਰਾਬਰ ਹੀ ਜਿਹੜੀ ਤੁਲਨਾ ਦਿੱਤੀ ਜਾ ਸਕਦੀ ਹੈ। ਫਿਰ ਸਤਿਗੁਰੂ ਜੀ ਕਹਿੰਦੇ ਹਨ, ਘੁੱਗੂ ਮੱਠ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ, ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਜਿਹੜੇ ਬੋਲਦੇ ਨਹੀਂ, ਚੁੱਪ ਕੀਤੇ ਰਹਿੰਦੇ ਨੇ, ਮੌਨ ਧਾਰੀ, ਮੌਨੀ ਸਾਧੂ, ਜਿਹੜੇ ਕਹਿੰਦੇ ਵੀ ਮੌਨ ਧਾਰਨ ਕਰਕੇ ਅਸੀਂ ਪ੍ਰਮਾਤਮਾ ਨੂੰ ਪਾ ਸਕਦੇ ਹਾਂ। ਗੁਰਬਾਣੀ ਵਿੱਚ ਵੀ ਫਰਮਾਨ ਕਿ ਚੁੱਪੇ ਚੁੱਪ ਨਾ ਹੋਵੀ ਜੇ ਲਾਏ ਰਹਾਂ ਲਿਵਤਾਰ। ਜਿਹੜੇ ਮੌਨ ਧਾਰ ਕੇ ਰੱਬ ਨੂੰ ਪਾਉਣਾ ਚਾਹੁੰਦੇ ਨੇ, ਉਹ ਵੀ ਸਤਿਗੁਰੂ ਜੀ ਕਹਿੰਦੇ ਹਨ ਕਿ ਇਹਨਾਂ ਦਾ ਇੱਕ ਜਿਹੜਾ ਵਿਅਰਥ ਦਾ ਇਹ ਸਾਧਨ ਹੈ, ਇਹ ਵੀ ਇੱਕ ਫੋਕਟ ਦਾ ਜਿਹੜਾ ਹੈਗਾ ਕਰਮ ਆ। ਮੌਨ ਧਾਰਨ ਕਰਨ ਦੇ ਨਾਲ ਵੀ ਪ੍ਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ, ਕਿਉਂਕਿ ਜਿਵੇਂ ਦਰਖਤ ਹੁੰਦੇ ਨੇ, ਦਰਖਤ ਵੀ ਧੁਰ ਦਰਗਾਹ ਤੋਂ ਹੀ ਉਹ ਚੁੱਪ ਹੀ ਰਹਿੰਦੇ ਨੇ, ਅਤੇ ਇਸ ਤਰ੍ਹਾਂ ਮੌਨ ਧਾਰੀ ਚੁੱਪ ਹੀ ਰਹਿੰਦੇ ਨੇ, ਅਤੇ ਇਸ ਤਰ੍ਹਾਂ ਹੀ ਉਹ ਕਾਲ ਦਾ ਗ੍ਰਾਸ ਬਣ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਨੇ। ਇਹਨਾਂ ਨੂੰ ਤੇ ਉਹ ਜੜ ਰੂਪੀ ਜਿਹੜੇ ਦਰਖਤ ਹੈਗੇ ਨੇ, ਉਹਨਾਂ ਦਰਖਤਾਂ ਦੇ ਨਾਲ ਹੀ ਇਹਨਾਂ ਨੂੰ ਤੁਲਨਾ ਇਹਨਾਂ ਦੀ ਕੀਤੀ ਜਾ ਸਕਦੀ ਹੈ। ਪ੍ਰਭੂ ਪਰਮਾਤਮਾ ਦੀ ਮਿਲਾਪ ਨਾਲ ਜਾਂ ਸੱਚੀ ਭਗਤੀ ਨਾਲ, ਸੱਚੇ ਈਸ਼ਵਰੀ ਸਾਧਨ ਦੇ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈਗਾ। ਅੱਗੇ ਸਤਿਗੁਰੂ ਜੀ ਆਂਦੇ ਹਨ ਕਿ ਬਿੰਦ ਕੇ ਸਦਈਆ ਤਾਹੇ ਹੀਚ ਕੇ ਵਡਈਆ ਦੇਤ, ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ। ਬਿੰਦ ਕੇ ਸਦਈਆ ਤਾਹੇ ਹੀਚ ਕੇ ਵਡਈਆ ਦੇਤ। ਬਿੰਦ ਕੇ ਸਦਈਆ ਤੋਂ ਭਾਵ ਸਤਿਗੁਰੂ ਜੀ ਕਹਿੰਦੇ ਹਨ ਕਿ ਥੱਲੇ ਜਾਣਾ, ਚਾਹ ਪਾ ਕੇ ਨਾ ਤੇ ਇੱਥੇ ਰੱਖ ਦਿਓ। ਸਤਿਗੁਰੂ ਜੀ ਕਹਿੰਦੇ ਹਨ ਕਿ ਬਿੰਦ ਕੇ ਸਦਈਆ ਤਾਹੇ ਹੀਜ ਕੇ ਵਡਈਆ ਦੇਤ, ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਇਹ ਸੋਚਦੇ ਕਿ ਅਸੀਂ ਵਿਆਹ ਨਾ ਕਰਾ ਕੇ, ਬ੍ਰਹਮਚਾਰੀ ਰਹਿ ਕੇ, ਬਾਲ ਜਤੀ ਰਹਿ ਕੇ ਅਸੀਂ ਵਾਹਿਗੁਰੂ ਪਰਮਾਤਮਾ ਨੂੰ ਪਾਲਾਂਗੇ, ਸਤਿਗੁਰੂ ਜੀ ਕਹਿੰਦੇ ਹਨ ਕਿ ਐਸੇ ਲੋਕਾਂ ਨੂੰ ਹਿਜੜਿਆਂ ਦੇ ਬਰਾਬਰ ਕਿਹਾ ਜਾ ਸਕਦਾ ਹੈ। ਹਿਜੜੇ ਜਿਹੜੇ ਖੁਸਰੇ ਹੁੰਦੇ ਨੇ, ਜਿਨ੍ਹਾਂ ਨੂੰ ਹਿਜੜੇ ਕਹਿੰਦੇ ਨੇ, ਵੀ ਉਹ ਤਾਂ ਧੁਰ ਦਰਗਾਹ ਤੋਂ ਹੀ, ਕਾਦਰ ਦੀ ਕੁਦਰਤ ਵੱਲੋਂ ਹੀ ਉਹ ਬ੍ਰਹਮਚਾਰੀ ਰਹਿਣ 'ਤੇ ਮਜਬੂਰ ਹੁੰਦੇ ਨੇ, ਵੀ ਉਹਨਾਂ ਨੇ ਪਰਮਾਤਮਾ ਵੱਲੋਂ ਬ੍ਰਹਮਚਾਰੀ ਰਹਿਣ 'ਤੇ ਮਜਬੂਰ ਹੁੰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ
ਇਸ ਤਰ੍ਹਾਂ ਕਰਕੇ ਵੀ ਜਿਹੜਾ ਪ੍ਰਮਾਤਮਾ ਉਹ ਨਹੀਂ ਪਾਇਆ ਜਾ ਸਕਦਾ। ਐਸੇ ਲੋਕਾਂ ਨੂੰ ਹਿਜੜੇ ਹੀ ਕਿਹਾ ਜਾ ਸਕਦਾ, ਉਹਦੇ ਹਿਜੜੇ ਨੇ। ਬਿੰਦ ਰੱਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਜੇ ਇਸ ਤਰ੍ਹਾਂ ਪ੍ਰਮਾਤਮਾ ਮਿਲ ਸਕਦਾ ਹੋਵੇ ਤੇ ਫਿਰ ਖੁਸਰੇ ਦੀ ਕਿਉਂ ਨਹੀਂ ਮੁਕਤੀ ਹੋ ਜਾਂਦੀ। ਜੇ ਇਸੇ ਸਾਧਨ ਦੇ ਨਾਲ ਹੀ ਪ੍ਰਭੂ ਪਰਮਾਤਮਾ ਮਿਲਦਾ ਹੋਵੇ ਤੇ ਖੁਸਰਿਆਂ ਨੂੰ ਤਾਂ ਫਿਰ ਪਹਿਲਾਂ ਮਿਲ ਜਾਣਾ ਸੀ, ਜਿਹੜੇ ਹਿਜੜੇ ਨੇ। ਸੋ ਇਹਨਾਂ ਨੂੰ ਹਿਜੜਿਆਂ ਦੇ ਬਰਾਬਰ ਸਤਿਗੁਰੂ ਜੀ ਨੇ ਇਹਨਾਂ ਨੂੰ ਵਡਿਆਈ ਦਿੱਤੀ ਹੈ, ਉਹ ਪਦਵੀ ਦਿੱਤੀ ਹੈ। ਬਿੰਦ ਕੇ ਸਦਈਆ ਤਾਹੇ ਹਿਜ ਕੇ ਵਡਈਆ ਦੇਤ, ਬੰਦਰਾ ਸਦੀਵ ਪਾਈ ਨਾਂਗੇ ਹੀ ਫਿਰਤ ਹੈ। ਜਿਹੜੇ ਕਈ ਐਸੇ ਸਾਧਕ ਹੁੰਦੇ ਨੇ ਵੀ ਜਿਹੜੇ ਸੋਚਦੇ ਨੇ ਅਸੀਂ ਨੰਗੇ ਪੈਰੀ ਰਵਾਂਗੇ, ਪੈਰਾਂ ਦੇ ਵਿੱਚ ਜੁੱਤੀ ਨਾ ਪਾਵਾਂਗੇ, ਇਸ ਤਰ੍ਹਾਂ ਸਾਨੂੰ ਪਰਮਾਤਮਾ ਮਿਲੇਗਾ। ਤੇ ਸਤਿਗੁਰੂ ਜੀ ਕਹਿੰਦੇ ਹਨ ਵੀ ਇਸ ਤਰ੍ਹਾਂ ਦਾ ਖਿਆਲ ਰੱਖਣ ਵਾਲੇ ਨੂੰ, ਇਸ ਤਰ੍ਹਾਂ ਦੀ ਮੱਤ ਵਾਲੇ ਨੂੰ ਤੇ ਬਾਂਦਰ ਦੇ ਨਾਲ ਹੀ ਉਪਮਾ ਇਸ ਦੀ ਕੀਤੀ ਜਾ ਸਕਦੀ ਹੈ। ਕਿਉਂਕਿ ਬਾਂਦਰ ਤੇ ਇਹੋ ਜਿਹੇ ਹੋਰ ਜਿਹੜੇ ਜਾਨਵਰ ਨੇ ਉਹ ਵੀ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਉਂਦੇ। ਫਿਰ ਇਹ ਜਿਹੜਾ ਸਾਧਕ ਆ ਵੀ ਪੈਰਾਂ ਵਿੱਚ ਮੈਂ ਜੁੱਤੀ ਨਹੀਂ ਪਾਉਣੀ ਤੇ ਇਸ ਤਰ੍ਹਾਂ ਪਰਮਾਤਮਾ ਨੂੰ ਪਾਉਣਾ ਹੈ, ਇਹਦੇ ਵਿੱਚ ਤੇ ਬਾਂਦਰ ਵਿੱਚ ਫਿਰ ਕੋਈ ਫਰਕ ਨਹੀਂ। ਤੇ ਬਾਂਦਰ ਆ। ਬਿੰਦ ਕੇ ਸਦਈਆ ਤਾਹੇ ਹੀਚ ਕੇ ਵਡਈਆ ਦੇਤ, ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ। ਫਿਰ ਅੱਗੇ ਸਤਿਗੁਰੂ ਜੀ ਕਹਿੰਦੇ ਹਨ, ਅੰਗਣ ਅਧੀਨ ਕਾਮ ਕ੍ਰੋਧ ਮੈਂ, ਪਰ ਬੀਨ ਇੱਕ ਗਿਆਨ ਕੇ ਵਿਹੀਨ ਸ਼ੀਨ ਕੈਸੇ ਕੇ ਤਰਤ ਹੈ। ਇਹ ਜਿੰਨੇ ਵੀ ਉਪਰੋਕਤ ਆਪ ਜੀ ਨੂੰ ਮੈਂ ਸਾਧਨ ਦੱਸੇ ਹਨ, ਇਹਨਾਂ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਇਹਨਾਂ ਦੀ ਖੇ ਖੱਬੜੀ ਉਡਾਈ ਆ ਵੀ ਇਹੋ ਜਿਹੇ ਝੂਠੇ ਵਿਸ਼ਵਾਸਾਂ ਤੇ ਬਿਲਕੁਲ ਜਿਹੜਾ ਗੁਰੂ ਦੇ ਸਿੱਖਾਂ ਨੂੰ ਇਹ ਜਿਹੜਾ ਇਹੋ ਜਿਹਾ ਦਾ ਵਿਸ਼ਵਾਸ ਉੱਠ ਜਾਵੇ ਤੇ ਇਹਨਾਂ ਕਰਮਕਾਂਡਾਂ ਵਿੱਚੋਂ, ਇਹਨਾਂ ਸਿਧਾਂਤਾਂ ਤੋਂ ਉਹ ਬਾਹਰ ਆ ਸਕਣ, ਇਹਨਾਂ ਨੂੰ ਨਾ ਮੰਨਣ। ਸੋ ਸਤਿਗੁਰੂ ਜੀ ਨੇ ਅਖੀਰਲੀਆਂ ਤੁਕਾਂ ਦੇ ਵਿੱਚ ਇਹ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਿਹੜੇ ਐਸੇ ਲੋਕ ਹੁੰਦੇ ਨੇ, ਕਿਉਂਕਿ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਸੱਚੇ ਗਿਆਨ ਦੇ ਨਾਲ, ਅਮਲੀ ਜੀਵਨ ਦੇ ਨਾਲ, ਤੇ ਇਸ ਤਰ੍ਹਾਂ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਸੱਚਾ ਗਿਆਨ ਹੋਵੇ, ਸੱਚਾ ਗੁਰੂ ਹੋਵੇ, ਅਮਲੀ ਜੀਵਨ ਹੋਵੇ, ਫਿਰ ਪ੍ਰਭੂ ਪਰਮਾਤਮਾ ਦੀ ਜਿਹੜੀ ਉਹ ਪ੍ਰਾਪਤੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੇ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਉਪਰੋਕਤ ਜਿਹੜੇ ਸਾਧਨ ਕਰਦੇ ਨੇ ਉਹ ਅਸਲ ਦੇ ਵਿੱਚ ਅੱਖ, ਨੱਕ, ਕੰਨ ਇਹਨਾਂ ਗਿਆਨ ਇੰਦਰੀਆਂ ਦੇ ਅਧੀਨ ਹੁੰਦੇ ਹੋਏ ਕਾਮ ਕ੍ਰੋਧ ਵਿੱਚ ਹੀ ਮਾਹਰ ਹੁੰਦੇ ਹਨ। ਉਹ ਆਪਣੇ ਗਿਆਨ ਇੰਦਰੀਆਂ ਦੇ ਅਧੀਨ ਹੁੰਦੇ ਨੇ। ਅੱਖਾਂ 'ਤੇ ਕੰਟਰੋਲ ਨਹੀਂ, ਕੰਨਾਂ 'ਤੇ ਕੰਟਰੋਲ ਨਹੀਂ, ਜੀਭ 'ਤੇ ਕੰਟਰੋਲ ਨਹੀਂ। ਇਹ ਅੱਖਾਂ ਗਲਤ ਦੇਖਦੀਆਂ ਨੇ, ਕੰਨ ਗਲਤ ਸੁਣਦੇ ਨੇ, ਇਹਨਾਂ 'ਤੇ ਕੰਟਰੋਲ ਨਹੀਂ। ਇਸ ਤਰ੍ਹਾਂ ਉਹ ਕਾਮ ਕ੍ਰੋਧ ਹੰਕਾਰ ਦੇ ਵਿੱਚ ਜਿਹੜੇ ਹੁੰਦੇ ਨੇ, ਇਹਨਾਂ ਦੇ ਵਿੱਚ ਹੀ ਉਹ ਮਾਹਰ ਹੁੰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਹਨ ਇਹੋ ਜਿਹੇ ਆਤਮਿਕ ਗਿਆਨ ਤੋਂ ਜਿਹੜੇ ਵਿਹੂਣੇ ਨੇ, ਖਾਲੀ ਨੇ, ਤੇ ਜਿਹੜੇ ਕਮਜ਼ੋਰ ਬਿਰਤੀਆਂ ਵਾਲੇ ਨੇ, ਥੋੜ੍ਹੀ ਸਮਝ ਵਾਲੇ ਜਿਹੜੇ ਲੋਕ ਨੇ, ਉਹ ਇਹੋ ਜਿਹੇ ਸਾਧਨ ਕਰਦੇ ਨੇ। ਸੋ ਇਹਨਾਂ ਸਾਧਨਾਂ ਦਾ ਸਤਿਗੁਰੂ ਜੀ ਨੇ ਜ਼ੋਰਦਾਰ ਖੰਡਨ ਕੀਤਾ ਹੋਇਆ ਹੈ। ਆਸਾ ਜੀ ਦੀ ਵਾਰ ਦੀ ਆਪਾਂ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਫਰਮਾਉਂਦੇ ਹਨ, ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ। ਮੋਣ ਵਿਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ। ਸਤਿਗੁਰੂ ਜੀ ਕਹਿੰਦੇ ਵੀ ਜਿਹੜਾ ਕੱਲਾ ਚੁੱਪ ਕਰਕੇ ਬੈਠਾ ਹੋਇਆ ਏ ਤੇ ਗੁਰਮਤ ਦੇ ਅਸਲੀ ਰਾਹ ਤੋਂ ਖੁੰਝਿਆ ਹੋਇਆ ਹੈ, ਰੱਬ ਦੇ ਅਸਲੀ ਰਸਤੇ ਤੋਂ ਜਿਹੜਾ ਭਟਕਿਆ ਹੋਇਆ ਹੈ, ਤੇ ਜਿਹੜਾ ਮਾਇਆ ਮੋਹ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ, ਉਹ ਪੂਰੇ ਗੁਰੂ ਤੋਂ ਬਿਨਾਂ ਕਿਵੇਂ ਜਾਗ ਸਕਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਹਨ, ਪੱਗ ਉਪੇਤਾ ਨਾ ਆਪਣਾ ਕੀਆ ਕਮਾਣਾ। ਜਿਹੜਾ ਨੰਗੇ ਪੈਰੀ ਰਹਿੰਦਾ ਹੈ ਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ, ਇਸ ਕੀਤੀ ਹੋਈ ਗਲਤੀ ਦਾ ਆਪ ਹੀ ਦੁੱਖ ਭੋਗਦਾ ਹੈ। ਅਲਮਲ ਖਾਈ ਸਿਰ ਛਾਈ ਪਾਈ। ਚੰਗਾ ਭੋਜਨ ਛੱਡ ਕੇ ਜਿਹੜਾ ਗੰਦ ਖਾਂਦਾ ਹੈ ਤੇ ਉਹਨੇ ਤੇ ਆਪਣੇ ਸਿਰ ਦੇ ਵਿੱਚ ਮੰਨ ਲਓ ਸਵਾਹ ਪਾ ਰੱਖੀ ਹੈ। ਉਸ ਮੂਰਖ ਨੇ, ਅਗਿਆਨੀ ਨੇ, ਉਸ ਨੇ ਤੇ ਸਮਝ ਲਓ ਕਿ ਆਪਣੀ ਇੱਜ਼ਤ ਹੀ ਗਵਾ ਲਈ ਹੈ। ਸੋ ਇਹ ਗੁਰੂ ਸਾਹਿਬ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਸਾਨੂੰ ਇਹਨਾਂ ਸਵਈਆਂ ਦੇ ਵਿੱਚ, ਇਹਨਾਂ ਪਖੰਡਾਂ ਤੋਂ ਸਾਨੂੰ ਬਾਹਰ ਕੱਢਦੇ ਨੇ। ਸਾਨੂੰ ਇਹਨਾਂ ਪਖੰਡਾਂ ਤੋਂ ਬਾਹਰ ਨਿਕਲ ਕੇ ਤੇ ਗੁਰਮਤਿ ਦੇ ਰਸਤੇ 'ਤੇ ਚੱਲਣਾ ਚਾਹੀਦਾ ਹੈ। ਸੋ ਮੇਰੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਜਿਹੜਾ ਗੁਰਬਾਣੀ ਦਾ ਸ਼ਬਦ ਹੈ
ਉਹ ਆਪ ਜੀ ਨਾਲ ਅਰਥਾਂ ਸਮੇਤ ਆਪ ਜੀ ਦੇ ਨਾਲ ਵਿਚਾਰ ਪਾਈਦੀ ਹੈ। ਸੋ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਫੇਰ ਹਾਜ਼ਰ ਹੋਵਾਂਗੇ ਕੋਈ ਬੱਚਿਆਂ ਦੀ ਕਵਿਤਾ ਲੈ ਕੇ, ਕੋਈ ਨਵਾਂ ਸ਼ਬਦ, ਕਿ ਅਸੀਂ ਜਿੰਨਾ ਵੀ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਨੂੰ ਸਫਲਾ ਕਰ ਲਈਏ, ਉਹ ਸਾਡਾ ਹੀ ਭਲਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।